ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸਿੱਖ ਦੀ ਕਮਿਟਮੈਂਟ ਸਿਧਾਂਤ ਨਾਲ ਹੁੰਦੀ ਹੈ, ਸਿੱਖ ਦੀ ਵਫਾ ਗੁਰੂ ਨਾਲ ਹੁੰਦੀ ਹੈ ਤੇ ਸਿੱਖ ਦੀ ਜਵਾਬਦੇਹੀ ਸੰਗਤ ਨੂੰ ਹੁੰਦੀ ਹੈ, ਕੌਮ ਨੂੰ ਹੁੰਦੀ ਹੈ। ਤੇ ਜੇ ਕਿਤੇ ਸਿੱਖ ਇਹ ਅਸੂਲ ਦੇ ਉੱਤੇ ਤੁਰ ਪਵੇ, ਭਾਵੇਂ ਉਹ ਘਰ ਵਿੱਚ ਰਹਿਣ ਵਾਲਾ ਕਿਰਤੀ ਸਿੱਖ ਹੈ, ਭਾਵੇਂ ਉਹ ਕਿਤੇ ਨਾ ਕਿਤੇ ਕੌਮ ਦੀ ਸੇਵਾ ਕਰਨ ਵਾਲਾ ਕੋਈ ਨੁਮਾਇੰਦਾ ਸਿੱਖ ਹੈ, ਤਾਂ ਇਹ ਕੌਮ ਦੇ ਚੜ੍ਹਦੀ ਕਲਾ ਦੇ ਵਿੱਚ ਕੋਈ ਜਿਹੜਾ ਰੋੜਾ ਆ ਨਹੀਂ ਸਕਦਾ। ਪਰ ਅੱਜ ਸਾਡੀ ਨਾ ਗੁਰੂ ਪ੍ਰਤੀ ਵਫਾ ਰਹੀ, ਨਾ ਸਾਡੀ ਸੰਗਤ ਪ੍ਰਤੀ ਜਵਾਬਦੇਹੀ ਰਹੀ, ਤੇ ਨਾ ਅਸੀਂ ਸਿਧਾਂਤ ਦੇ ਪ੍ਰਤੀ ਹੀ ਸਾਡੀ ਕੋਈ ਕਮਿਟਮੈਂਟ ਰਹੀ। ਤੇ ਸਾਡੀ ਕਮਿਟਮੈਂਟ ਲਾਲਸਾਵਾਂ ਦੇ ਪ੍ਰਤੀ ਹੋ ਗਈ, ਨਿੱਜਵਾਦ ਦੇ ਪ੍ਰਤੀ ਹੋ ਗਈ, ਤੇ ਸਾਡੀ ਵਫਾ ਗੁਰੂ ਦੇ ਪ੍ਰਤੀ ਨਾ ਹੋ ਕੇ ਬੰਦਿਆਂ ਦੇ ਪ੍ਰਤੀ ਹੋ ਗਈ। ਤੋ ਇਹ ਚੀਜ਼ ਨੇ ਸਾਡੀ ਕੌਮ ਨੂੰ ਅੱਜ ਬਹੁਤ ਵੱਡਾ ਖੋਰਾ ਲਾਇਆ। ਇਹਨਾਂ ਗੱਲਾਂ ਦਾ ਸ਼ਿਕਾਰ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ। ਭਾਵੇਂ ਮੈਨੂੰ ਮਾਣ ਮਿਲਿਆ ਇਸ ਸੰਸਥਾ ਦਾ ਮੈਂਬਰ ਹੋਣ ਦਾ, ਉਦੋਂ ਵੀ ਵੱਡਾ ਮਾਣ ਮਿਲਿਆ ਮੈਨੂੰ ਬਤੌਰ ਅੰਤਰਿਮ ਕਮੇਟੀ ਮੈਂਬਰ ਸੇਵਾ ਕਰਨ ਦਾ ਪਿਛਲੇ 2 ਸਾਲ ਤੋਂ। ਮੈਂ ਹਮੇਸ਼ਾ ਹੀ ਗੁਰੂ ਪੰਥ ਖਾਲਸੇ ਦੇ ਨਾਲ ਸੰਬੰਧਿਤ ਮੁੱਦੇ ਬਾਹਰ ਵੀ ਲਿਆਂਦੇ, ਔਰ ਖਾਲਸਾ ਜੀ ਘੱਟੋ ਘੱਟ ਅਜਿਹੇ ਮੁੱਦੇ ਜਿਹੜੇ ਵੱਡੀਆਂ ਸੁਰਖੀਆਂ ਬਣ ਜਾਂਦੇ, ਭਾਵੇਂ ਉਹਦੇ ਵਿੱਚ ਮੈਨੂੰ ਨਿੱਜੀ ਤੌਰ ਤੇ ਬਹੁਤ ਫਾਇਦਾ ਹੁੰਦਾ, ਲੋਕੀ ਮੇਰੀ ਵਾਹ-ਵਾਹ ਕਰਦੇ, ਪਰ ਮੇਰੀ ਜ਼ਮੀਰ ਨੇ, ਮੇਰੀ ਆਤਮਾ ਨੇ ਮੈਨੂੰ ਇਹ ਅਲਾਉ ਨਹੀਂ ਕੀਤਾ ਕਿ ਮੈਂ ਜਿਹੜਾ ਮਸਲਾ ਠੀਕ ਹੋ ਸਕਦਾ, ਜੇ ਗਲਤੀ ਹੈ ਇਹ ਅਚਨਚੇਤ ਹੋ ਲਈ ਜਾਂ ਇਹ ਜਾਣ ਕੇ ਹੋ ਗਈ, ਮੈਂ ਕਹਾਂ ਉਹ ਠੀਕ ਕਰ ਦੇਣ, ਤੇ ਉਹਨਾਂ ਨੇ ਕੀਤੇ ਵੀ, ਉਹਦੇ ਬਾਵਜੂਦ ਵੀ ਮੈਂ ਇਹ ਫਿਰ ਬਦਨਾਮੀ ਕਰਾਂ, ਇਹ ਮਸਲੇ ਉਠਾਵਾਂ। ਇਹ ਕਿਤੇ ਨਾ ਕਿਤੇ ਮੇਰੀ ਗੁਰੂ ਦੇ ਪ੍ਰਤੀ ਫਿਰ ਵਫਾ ਨਹੀਂ ਹੈ। ਗੁਰੂ ਦੇ ਪ੍ਰਤੀ ਵਫਾ ਇਹੀ ਹੈ ਕਿ ਜਿੱਥੇ ਗਲਤ ਹੈ ਉਹਨੂੰ ਠੀਕ ਕਰ ਲਵਾਂ, ਉਹ ਕਰਾ ਲਵਾਂ। ਤਾਂ ਮੈਂ ਇਹ ਕੋਸ਼ਿਸ਼ ਕੀਤੀ, ਔਰ ਮੈਨੂੰ ਲੱਗਦਾ ਕਿ ਇਹ ਗੱਲ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਵੀ ਕਦੇ ਅਨਕਾਰੀ ਨਹੀਂ ਹੋ ਸਕਦੇ। ਉਹ ਜਾਣਦੇ ਨੇ। ਇਹ ਠੀਕ ਹੈ ਕਿ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੋਣੀਆਂ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਿੱਜੀ ਹਿੱਤ ਜਿਹੜੇ ਨੇ ਉਹ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਆਪਣੀਆਂ ਇਹ ਗੁਰੂ ਘਰ ਦੇ ਹਰਾਮ ਨੂੰ ਖਾਣਾ ਹੁੰਦਾ ਹੈ, ਜਾਂ ਗੁਰੂ ਘਰ ਦੇ ਹਰਾਮ ਤੇ ਆਰਾਮ ਕਰਨਾ ਹੁੰਦਾ ਹੈ, ਐਸ਼ੋ ਇਸ਼ਰਤ ਕਰਦੀਆਂ ਨੇ। ਤਾਂ ਇਸ ਕਰਕੇ ਉਹਨਾਂ ਨੂੰ ਤਾਂ ਫਿਰ ਸਾਡੇ ਵਰਗੇ ਬੰਦੇ ਜਿਹੜੇ ਨੇ ਹਮੇਸ਼ਾ ਵਿਉ ਵਰਗੇ ਲੱਗਣੇ ਨੇ। ਤਾਂ ਪਰ ਇਹ ਕੋਈ ਮੈਨੂੰ ਪਰਵਾਹ ਨਹੀਂ ਇਸ ਗੱਲ ਦੀ। ਗੁਰੂ ਸਾਹਿਬ ਜੀ ਨੇ ਜੋ ਸਾਨੂੰ ਬਖਸ਼ਿਆ, ਮੈਂ ਸਮਝਦਾ ਇਹ ਬਖਸ਼ਿਸ਼ ਹੀ ਹੈ। ਜੇ ਮੈਨੂੰ ਇਹ ਸੇਵਾ ਦਿੱਤੀ ਹੈ ਤਾਂ ਮੈਂ ਆਪਣੇ ਅਖਲਾਕ ਤੇ ਕਿਰਦਾਰ ਦੇ ਨਾਲ, ਔਰ ਇਹਦੇ ਵਿੱਚ ਨਾ ਕੋਈ ਦਬਾਅ ਤੇ ਨਾ ਕੋਈ ਲਾਲਸਾ, ਹਮੇਸ਼ਾ ਇਹ 2 ਗੱਲਾਂ ਬੰਦੇ ਨੂੰ ਸਿੱਟ ਲੈਂਦੀਆਂ ਨੇ। ਤੇ ਗੁਰੂ ਕਿਰਪਾ ਕਰੇ ਕਿ ਮੈਂ ਆਪਣੀ ਗੱਲ ਕਰਦਾ ਰਹਾਂ। ਅੱਜ ਮੈਂ ਤੁਹਾਡੇ ਤੇ ਲੜੀਵਾਰ ਗੱਲ ਕਰਨੀ ਹੈ 2 ਵਿਸ਼ਿਆਂ ਤੇ। ਇੱਕ ਹੈ ਬਾਬਾ ਬੁੱਢਾ ਸਾਹਿਬ ਦੇ ਜ਼ਮੀਨ ਦੀ ਖਰੀਦ ਦਾ ਮਸਲਾ, ਦੂਸਰਾ ਹੈ ਗੁਰਬਾਣੀ ਪ੍ਰਸਾਰਨ ਦਾ ਮਸਲਾ। ਅੱਜ ਮੈਂ ਬਾਬਾ ਬੁੱਢਾ ਸਾਹਿਬ ਦੀ ਜ਼ਮੀਨ ਦੇ ਖਰੀਦ ਦੇ ਮਸਲੇ ਤੇ ਗੱਲ ਕਰਾਂਗਾ। ਇਸੇ ਮੰਚ ਤੋਂ ਆਉਣ ਵਾਲੇ 1-2 ਦਿਨਾਂ ਬਾਅਦ ਮੈਂ ਗੁਰਬਾਣੀ ਪ੍ਰਸਾਰਨ ਦੇ ਮਸਲੇ ਤੇ ਗੱਲ ਕਰਾਂਗਾ। ਔਰ ਇਹ ਜਿਹੜੀ ਮੈਂ ਗੱਲ ਕਰ ਰਿਹਾ, ਮੈਂ ਆਪਣੇ ਵੱਲੋਂ ਨਹੀਂ ਕਰ ਰਿਹਾ, ਮੈਂ ਉਹਨਾਂ ਸਾਰੇ ਮੈਂਬਰਾਂ ਵੱਲੋਂ ਕਰ ਰਿਹਾ ਜਿਨ੍ਹਾਂ ਨੇ ਇੱਕ ਵੋਟ ਪਾ ਕੇ ਮੈਨੂੰ ਆਪਣੀ ਆਵਾਜ਼ ਬਣਾ ਕੇ ਔਰ ਡਿਊਟੀ ਲਾ ਕੇ ਭੇਜਿਆ। ਇਹ ਮੇਰਾ ਨੈਤਿਕ ਫਰਜ਼ ਹੈ। ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਜ਼ਮੀਨ ਦੀ ਖਰੀਦ ਦਾ ਜਿਹੜਾ ਮਸਲਾ, ਮੈਂ ਸਪਸ਼ਟ ਕਰਨੀ ਚਾਹੁੰਦਾ ਇਸ ਗੱਲ ਨੂੰ ਕਿ ਮੈਨੂੰ ਜ਼ਮੀਨ ਦੀ ਖਰੀਦ ਤੇ ਕੋਈ ਕਿੰਤੂ ਨਹੀਂ। ਜ਼ਮੀਨ ਵਧੀਆ ਹੈ, ਟਿਕਾਣੇ ਤੇ ਹੈ, ਪਰ ਮੇਰਾ ਕਿੰਤੂ ਕੀ ਹੈ, ਮੇਰਾ ਇਤਰਾਜ਼ ਕੀ ਹੈ? ਮੇਰੇ ਇਤਰਾਜ਼ 2 ਨੇ, ਜਿਹਦੇ ਵਿੱਚ ਪਹਿਲਾ ਇਤਰਾਜ਼ ਇਹ ਹੈ ਕਿ ਜਿਹੜੀ ਮੈਨੂੰ ਖਬਰ ਮਿਲੀ, ਜਿਹੜੀ ਮੈਂ ਕਈ ਪੱਖ ਤੋਂ ਜਿਹੜੀ ਹੈ ਇਹਨੂੰ ਪੁਖਤਾ ਕੀਤਾ ਕਿ ਜਿਹੜੀ ਇਹ ਜ਼ਮੀਨ ਹੈ ਇਹ ਅਸਲ ਮਾਲਕ ਤੋਂ ਨਹੀਂ ਖਰੀਦੀ ਜਾ ਰਹੀ, ਦਰਅਸਲ ਇਹ ਕਿਸੇ ਨੂੰ ਬਿਆਨਾ ਹੋ ਚੁੱਕਿਆ ਹੈ, ਉਸ ਬਿਆਨੇ ਵਾਲੇ ਤੋਂ ਖਰੀਦੀ ਜਾ ਰਹੀ ਹੈ। ਤਾਂ ਇਹਦਾ ਮਤਲਬ ਬਿਆਨੇ ਵਾਲੇ ਨੇ ਪਹਿਲਾਂ ਹੀ ਬਿਆਨਾ ਕਰ ਲਿਆ, ਤਾਂ ਕਿਤੇ ਨਾ ਕਿਤੇ ਉਹਦੇ ਕੋਲ ਇਹ ਇਨਫੋਰਮੇਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਗਈ ਕਿ ਆਖਰ ਨੂੰ ਇਹ ਜ਼ਮੀਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬੀੜ ਸ਼੍ਰੋਮਣੀ ਕਮੇਟੀ ਲੈਣ ਲਈ ਤਿਆਰ ਆ। ਅਕਸਰ ਸਰਕਾਰਾਂ ਦੇ ਵਿੱਚ ਵੀ ਇਹੀ ਭ੍ਰਿਸ਼ਟਾਚਾਰ ਦਾ ਕ੍ਰਾਈਟੇਰੀਆ ਰਿਹਾ। ਅਸੀਂ ਦੇਖਿਆ ਚੰਡੀਗੜ੍ਹ ਵਰਗੀਆਂ, ਮੋਹਾਲੀ ਵਰਗੀਆਂ ਉੱਥੇ ਰੌਲੇ ਪਏ ਕਿ ਸਰਕਾਰ ਨੇ ਜਿਹੜੀ ਜ਼ਮੀਨ ਰਿਕਵਾਇਰ ਕਰਨੀ ਸੀ ਪਹਿਲਾਂ ਆਪਣੇ ਚਹੇਤਿਆਂ ਨੂੰ ਜਿਹੜੀ ਹੈ ਉਹ ਚੁਕਾ ਦਿੱਤੀ। ਤਾਂ ਇਹ ਇੱਕ ਗੰਭੀਰਤਾ ਵਾਲਾ ਵਿਸ਼ਾ ਸੀ। ਪਰ ਫਿਰ ਵੀ ਮੈਂ ਦੇਖ ਰਿਹਾ ਸੀ ਕਿ ਜ਼ਮੀਨ ਠੀਕ ਹੈ, ਚਲੋ ਉਹਨੂੰ ਵੀ ਮਿਲਾਂਗੇ, ਉਹਦੇ ਨਾਲ ਵੀ ਗੱਲ ਕਰਾਂਗੇ, ਕਿਤੇ ਨਾ ਕਿਤੇ ਜੇ ਕੋਈ ਗੱਲ ਠੀਕ ਆਉਂਦੀ ਹੋਈ ਤਾਂ ਫਿਰ ਵੀ ਇਹ ਗੱਲ ਸਿਰੇ ਚੜ ਜਾਵੇ। ਨੰਬਰ 2, ਉੱਥੋਂ ਦੇ ਮੈਨੇਜਰ
ਗੁਰਬਖਸ਼ ਸਿੰਘ, ਮੈਂ ਇੱਕ ਗੱਲ ਕਲੀਅਰ ਕਰ ਦਵਾਂ, ਸ਼੍ਰੋਮਣੀ ਕਮੇਟੀ ਵਿੱਚ ਇੱਕ ਬੰਦਾ ਮੈਨੂੰ ਇਹ ਗੱਲ ਕਹਿ ਦੇਵੇ ਕਿ ਮੇਰਾ ਕਦੇ ਕਿਸੇ ਮੈਨੇਜਰ ਨੂੰ ਲਵਾਉਣ ਦੇ ਵਿੱਚ ਜਾਂ ਹਟਾਉਣ ਦੇ ਵਿੱਚ ਇੰਟਰਸਟ ਹੋਵੇ, ਬਿਲਕੁਲ ਨਹੀਂ। ਮੈਂ ਉੱਥੇ ਗਿਆ, ਮੈਨੂੰ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਮਿਲੇ, ਪਰ ਮੈਨੂੰ ਇੰਨਾ ਕੁ ਇਲਮ ਸੀਗਾ ਸ਼੍ਰੋਮਣੀ ਕਮੇਟੀ ਵਿੱਚ ਕੰਮ ਕਰਦਿਆਂ ਕਿ ਜਿੱਥੇ ਵੀ ਕਿਤੇ ਕੋਈ ਕੰਮ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਦੇ ਵਿੱਚ ਇਨਵੋਲਵ ਮੈਨੇਜਰ ਦੀ ਹੁੰਦੀ ਹੈ। ਮੈਨੇਜਰ ਦੀ ਇਨਵੋਲਵਮੈਂਟ ਤੋਂ ਬਿਨਾਂ ਕਦੇ ਗੁਰੂ ਘਰ ਦੇ ਵਿੱਚ ਭ੍ਰਿਸ਼ਟਾਚਾਰ ਹੋ ਹੀ ਨਹੀਂ ਸਕਦਾ। ਮੈਂ ਸ਼ੋਰ ਕਰਦਾ ਗੱਲ, ਮੈਨੇਜਰ ਦੀ ਸਹਿਮਤੀ ਤੋਂ ਬਿਨਾਂ ਕਿਤੇ ਵੀ ਮੈਂਬਰ ਜਿਹੜੇ ਨੇ ਉਹ ਇਹ ਹਰਾਮ ਨਹੀਂ ਖਾ ਸਕਦੇ ਗੁਰੂ ਘਰ ਦਾ, ਕਿਉਂਕਿ ਉਹ ਹਰ ਗੱਲ ਦੇ ਵਿੱਚ ਇਨਵੋਲਵ ਹੁੰਦਾ ਹੈ। ਔਰ ਪਿਛਲੇ ਸਮਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਵੱਡੇ ਵੱਡੇ ਘਪਲੇ ਹੋਏ ਉਹਨਾਂ ਦੇ ਵਿੱਚ ਮੈਨੇਜਰਾਂ ਦੇ ਨਾਂ ਬੋਲਦੇ ਰਹੇ। ਇੱਕ ਮੈਨੇਜਰ ਤਾਂ ਕੈਨੇਡਾ ਹੀ ਭੱਜ ਗਿਆ, ਇੱਧਰ ਤਰਨਤਾਰਨ ਦਾ ਹੀ ਉਹ ਵੀ। ਤੋ ਇਸ ਕਰਕੇ ਮੈਂ ਉਸ ਮੈਨੇਜਰ ਬਾਰੇ ਜਦੋਂ ਜਾਣਕਾਰੀ ਲਈ ਕਿ ਭਾਈ ਇਹਦਾ ਸੁਭਾਅ ਕਿਹੋ ਜਿਹਾ ਇਹਦਾ ਤੌਰ ਤਰੀਕਾ ਦਾ ਪਤਾ ਲੱਗਾ ਕਿ ਨਹੀਂ ਠੀਕ ਆ, ਕਿ ਗੁਰਮੁਖ ਆਦਮੀ ਆ ਤੇ ਕਥਾ ਵੀ ਕਰ ਲੈਂਦਾ ਤੇ ਉਹਦਾ ਭਾਵਨਾ ਦੇ ਵਿੱਚ ਵੀ ਰਹਿਣ ਵਾਲਾ, ਤੇ ਇਹਦੇ ਵਿੱਚ ਕੋਈ ਖੋਟ ਨਹੀਂ। ਦੇਖੋ, ਨਾ ਮੈਨੂੰ ਉਹ ਮੈਨੇਜਰ ਕਦੇ ਪਹਿਲਾਂ ਕਦੇ ਮਿਲਿਆ, ਨਾ ਮੇਰੀ ਕੋਈ ਜਾਣਕਾਰੀ, ਨਾ ਮੇਰੀ ਕੋਈ ਰਿਸ਼ਤੇਦਾਰੀ, ਤਾਂ ਹੀ ਹੋ ਸਕਦਾ ਨਾ। ਤੇ ਚਲੋ ਮੈਨੇਜਰ ਸਾਹਿਬ ਨਾਲ ਮੈਂ ਗੱਲ ਕੀਤੀ ਕਿ ਦੇਖਿਓ ਭਾਈ ਗੁਰਬਖਸ਼ ਸਿੰਘ ਜੀ, ਇਹ ਗੁਰੂ ਘਰ ਦਾ ਮਸਲਾ, ਕਿਉਂਕਿ ਮੈਨੂੰ ਪਤਾ ਇਸ ਸਬ ਕਮੇਟੀ ਦੇ ਵਿੱਚ ਕੁਝ ਮੈਂਬਰ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ, ਮੈਂ ਉਹਨਾਂ ਨੂੰ ਜਾਣਦਾ ਕਿ ਉਹਨਾਂ ਨੇ ਕਿਹੜੇ ਗੁਲ ਖਲਾਏ ਨੇ ਪੁਰਾਣੇ ਸਮਿਆਂ ਦੇ ਵਿੱਚ। ਪਰ ਹੁਣ ਆਪਾਂ ਇਹਨਾਂ ਗੱਲਾਂ 'ਚ ਤਾਂ ਜਾਈਏ, ਦੇਖਿਓ ਕਿਤੇ ਇਸ ਗੁਰੂ ਘਰ ਦੇ ਵਿੱਚ ਇੱਕ ਰੁਪਈਆ ਵੀ ਇਧਰ ਉਧਰ ਨਾ ਹੋ ਜਾਵੇ। ਗੁਰ ਕੇ ਦਰ ਕੋ ਜੋ ਨਰ ਹੈ, ਹਰ ਤੇਜ ਬਪੂਤ ਤੇ ਨਰਮਨ ਹੈ। ਤੋ ਜੇ ਕੋਈ ਐਸੀ ਗੱਲ ਹੋਗੀ, ਅਸੀਂ ਵੀ ਉਸ ਕਮੇਟੀ ਦੇ ਵਿੱਚ ਮੈਂਬਰ ਹੋਈਏ ਤੇ ਕੱਲ ਨੂੰ ਤਾਂ ਮੂੰਹ ਸਾਡਾ ਵੀ ਕਾਲਾ ਹੋਊਗਾ। ਤੇ ਉਹ ਕਹਿਣ ਲੱਗੇ ਜੀ ਬਿਲਕੁਲ ਨਹੀਂ। 25 ਤਰੀਕ ਸਬ ਕਮੇਟੀ ਦੀ ਮੀਟਿੰਗ ਰੱਖ ਲਈ, ਮੈਨੂੰ ਪੁੱਛ ਕੇ ਰੱਖੀ, ਤੇ ਮੈਨੂੰ ਹੈਰਾਨੀ ਦੀ ਹੱਦ ਨਾ ਰਹੀ ਕਿ ਜਦੋਂ 24 ਤਰੀਕ ਨੂੰ 3 ਵਜੇ ਮੈਨੂੰ ਪਤਾ ਲੱਗਾ ਕਿ ਉੱਥੋਂ ਮੈਨੇਜਰ ਹੀ ਬਦਲ ਦਿੱਤਾ। ਤੇ ਜਦੋਂ ਮੈਂ ਮੈਨੇਜਰ ਦੀ ਬਦਲੀ ਦੇ ਕਾਰਨ ਪਤਾ ਕਰੇ, ਉਸ ਕਮੇਟੀ ਦੇ ਵਿੱਚ ਬੈਠੇ ਕੁਝ ਮੈਂਬਰਾਂ ਨੇ ਔਰ ਇਸ ਜ਼ਮੀਨ ਦੇ ਪਿੱਛੇ ਇੱਕ ਤਰਨਤਾਰਨ ਦਾ ਇੱਕ ਲੀਡਰ ਜਿਹੜਾ ਮੈਨੂੰ ਪਤਾ ਲੱਗਿਆ ਕਿ ਸਾਰੀ ਕਾਰਵਾਈ ਜਿਹੜੀ ਆ ਉਹਨੇ ਅੰਜਾਮ ਦਿੱਤਾ। ਇੱਕ ਗਰਾਊਂਡ ਜਿਹੜਾ ਉਹ ਪਹਿਲਾਂ ਪੱਧਰਾ ਕੀਤਾ ਗਿਆ। ਤੇ ਹੁਣ ਮੈਨੂੰ ਇਹ ਦੱਸੋ ਖਾਲਸਾ ਜੀ, ਦੋ ਗੱਲਾਂ ਐਨੀ ਫਿਰ ਦੁੱਧ 'ਚ ਮੱਖੀ ਦੇਖ ਕੇ ਤੇ ਫਿਰ ਵੀ ਮੈਂ ਉੱਥੇ ਜਾ ਕੇ ਉਹਨਾਂ ਦੇ ਵਿੱਚ ਬਹਿ ਜਾਂਦਾ ਤੇ ਮੈਂ ਇਤਰਾਜ਼ ਨਾ ਕਰਦਾ ਤੇ ਮੈਂ ਸਹਿਮਤੀ ਦੇ ਦਿੰਦਾ, ਤਾਂ ਮੈਨੂੰ ਲੱਗਦਾ ਮੇਰੀ ਇਹ ਗੁਰੂ ਦੇ ਪ੍ਰਤੀ ਜਿਹੜੀ ਵਫਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਫਰਕ ਆਉਂਦਾ। ਇਹ ਤਕਲੀਫ ਉਹਨਾਂ ਨੂੰ ਲੱਗੀ ਹੋਊਗੀ ਜਿਨ੍ਹਾਂ ਦੇ ਕੋਈ ਹਿੱਤ ਹੋਣਗੇ। ਤਾਂ ਅੱਜ ਮੈਨੂੰ, ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਅਗਲੀ ਕਹਿਣ ਲੱਗਾ, ਚਲੋ ਮੈਨੇਜਰ ਵੀ ਬਦਲ ਦਿੱਤਾ, ਕੋਈ ਗੱਲ ਨਹੀਂ, ਮੈਂ ਨਹੀਂ ਕਹਿੰਦਾ ਕਿ ਕੱਲਾ ਉਹੀ ਇਮਾਨਦਾਰ ਸੀ ਸ਼੍ਰੋਮਣੀ ਕਮੇਟੀ ਦੇ ਵਿੱਚ, ਕੱਲਾ ਉਹੀ ਮੈਨੇਜਰ ਸੀ। ਜਿਹੜਾ ਲਾਇਆ ਇਸ ਵਕਤ ਸਾਰੀ ਸ਼੍ਰੋਮਣੀ ਕਮੇਟੀ ਵਿੱਚ ਸਭ ਤੋਂ ਵੱਧ ਜੇ ਕਿਸੇ ਤੇ ਉਂਗਲ ਉੱਠਦੀ ਹੈ, ਜਿਹਦੇ ਹਰ ਪੱਖ ਤੋਂ ਔਰ ਅਨਪੜ੍ਹ, ਤੇ ਉਹ ਮੈਨੇਜਰ ਉੱਥੇ ਲਾ ਦਿੱਤਾ। ਤੇ ਜਦੋਂ ਇਹ ਦੋ ਗੱਲਾਂ ਇਕੱਠੀਆਂ ਹੋ ਗਈਆਂ ਤਾਂ ਮੇਰੀ ਫਿਰ ਜ਼ਮੀਰ ਨੇ ਸਮਝਿਆ ਕਿ ਹੁਣ ਮੈਂ ਇਹ ਕਮੇਟੀ ਵਿੱਚ ਜਾ ਕੇ ਤਾਂ ਮੈਂ ਆਪਣੀ ਗੱਲ ਜਿਹੜੀ ਹੈ ਉਹ ਚਿੱਠੀ ਲਿਖ ਦਿੱਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕਿ ਮੈਂ ਨਹੀਂ ਜਾ ਰਿਹਾ, ਇਹ ਜੇ ਖਰੀਦ ਕਰਨਗੇ ਜ਼ਿੰਮੇਵਾਰੀ ਹੋਊਗੀ। ਮੈਨੂੰ ਇਹ ਗੱਲ ਪ੍ਰੈਸ ਦੇ ਵਿੱਚ ਇਸ ਲਈ ਲਿਆਉਣੀ ਪਈ ਜਦੋਂ ਮੇਰੇ ਕੋਲ ਇਹ ਖਬਰ ਪਹੁੰਚੀ ਕਿ ਤੁਹਾਡਾ ਨਾਂ ਜਾਣਾ ਵੀ ਰਾਸ ਆ ਗਿਆ, ਉੱਥੇ ਤੇ ਜ਼ਮੀਨ ਦਾ ਸੌਦਾ ਵੀ ਬਹੁਤ ਉੱਪਰ ਨੂੰ ਜਾ ਰਿਹਾ ਹੈ, ਜਿੱਥੋਂ ਤੱਕ ਇਹ ਸੌਦਾ ਤੈਅ ਕਰਨ ਵਾਸਤੇ ਤੁਰ ਪਏ। ਤਾਂ ਫਿਰ ਮੈਨੂੰ ਇਹ ਗੱਲ ਪਬਲਿਕ ਪਲੇਟਫਾਰਮ ਤੋਂ, ਸੋਸ਼ਲ ਮੀਡੀਆ ਤੋਂ, ਪ੍ਰੈਸ ਦੇ ਥਰੂ ਪੂਰੇ ਸੰਗਤ ਦੇ ਸਾਹਮਣੇ ਲਿਆਉਣੀ ਪਈ, ਜਿਹਦੀ ਵਜ੍ਹਾ ਨਾਲ ਇਹ ਮੀਟਿੰਗ ਇਹਨਾਂ ਨੂੰ ਕੈਂਸਲ ਕਰਨੀ ਪਈ। ਪਰ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਹੁਣ ਹੋਰ ਤਾਂ ਕੁਝ ਇਹਨਾਂ ਦਾ ਬਸ ਨਹੀਂ ਚੱਲਿਆ। ਤੇ ਅੱਜ ਉਸ ਮੈਨੇਜਰ ਨੂੰ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਕਰੀ ਹੈ ਕਿ ਅਖੇ ਮੈਂ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਕਰ ਰਿਹਾ, ਮਤਲਬ ਭਾਈ ਗੁਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਕਰ ਰਿਹਾ। ਤੇ ਕਹਿ ਕੌਣ ਰਿਹਾ? ਮੈਨੇਜਰ ਗੁਰਾ ਸਿੰਘ। ਤੇ ਮੈਨੂੰ ਕਿਸੇ ਸਤਪੁਰਸ਼ ਦਾ ਬਚਨ ਯਾਦ ਆ ਰਿਹਾ ਸੀ, ਕਹਿੰਦੇ ਵੀ ਜਦੋਂ ਕਿਤੇ ਕੋਈ ਚੌਂਕ ਦੇ ਵਿੱਚ ਬੇਸਵਾ ਖੜ ਕੇ ਧਰਮ ਦਾ ਪ੍ਰਚਾਰ ਕਰਨ ਲੱਗ ਜਾਵੇ ਔਰ ਸਤੀ ਧਰਮ ਦੀ ਵਿਆਖਿਆ ਕਰਨ ਲੱਗ ਜਾਵੇ ਤੇ ਉਹ ਕਹੇ ਵੀ ਸਤੀ ਧਰਮ ਬਹੁਤ ਚੰਗਾ ਹੁੰਦਾ, ਤੇ ਇਧਰ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠ ਕੇ ਮੈਨੇਜਰ ਗੁਰਾ ਸਿੰਘ ਕਹੇ ਕਿ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਹੁੰਦੀ ਹੈ, ਤਾਂ ਮੈਨੂੰ ਲੱਗਦਾ ਫਿਰ ਇਹ ਇੱਕੋ ਜਿਹੇ ਹਾਲਾਤ ਨੇ ਖਾਲਸਾ ਜੀ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮੈਂ ਅੱਜ ਤੱਕ ਕਿਸੇ ਬੰਦੇ ਦੇ ਉੱਤੇ ਵਿਅਕਤੀਗਤ ਨਹੀਂ ਬੋਲਿਆ, ਮੈਂ ਹੁਣ ਵੀ ਇਸ ਬੰਦੇ ਬਾਰੇ ਮੇਰੇ ਲਈ ਕੋਈ ਇਹ ਮੈਨੇ ਨਹੀਂ ਰੱਖਦਾ, ਪਰ ਮੈਂ ਤੁਹਾਨੂੰ ਇਹ ਦੱਸਣਾ ਲੱਗਾ ਕਿ ਜਿਸ ਬੰਦੇ ਤੋਂ ਜਵਾਬਦੇਹੀ ਕਰਾ ਰਹੇ ਨੇ, ਤੇ ਮੈਂ ਇਹ ਗੱਲ ਕਹਿਣਾ ਕਿ ਜੇ ਕੋਈ ਇਤਰਾਜ਼ ਹੈ, ਕੋਈ ਜਵਾਬ ਦੇਣਾ, ਤਾਂ ਜਿਸ ਮਾਈ ਕੇ ਲਾਲ ਦਾ ਢਿੱਡ ਦੁਖਦਾ ਮੈਦਾਨ 'ਚ ਉਹ ਆਵੇ ਸਾਹਮਣੇ, ਆਪਣੇ ਇਹਨਾਂ ਕਰਿੰਦਿਆਂ ਨੂੰ ਅੱਗੇ ਨਾ ਕਰੋ।
ਤੋ ਇਸ ਲਈ ਤੁਹਾਡੇ ਇਹਨਾਂ ਪ੍ਰੈਸ ਕਾਨਫਰੰਸਾਂ ਤੋਂ ਜਾਂ ਇਹਨਾਂ ਜਵਾਬਾਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ ਤੇ ਅਸੀਂ ਸਾਡੀ ਵਫਾ ਗੁਰੂ ਦੇ ਪ੍ਰਤੀ ਹੈ, ਕਮਿਟਮੈਂਟ ਸਿਧਾਂਤ ਨਾਲ ਹੈ, ਜਵਾਬਦੇਹੀ ਸੰਗਤ ਨੂੰ ਹੈ। ਤਿੰਨੇ ਗੱਲਾਂ ਤੇ ਪਹਿਲਾਂ ਵੀ ਖੜੇ ਆ ਤੇ ਹੁਣ ਵੀ ਖੜੇ ਰਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ 20 ਗੱਲਾਂ ਤੇ ਪਰਦੇ ਪਾਏ ਹੋਣਗੇ ਤੇ ਜੇ ਤੁਹਾਨੂੰ ਇਹ ਲੱਗਦਾ ਕਿ ਸਾਰਾ ਕੁਝ ਹੀ ਫਿਰ ਬਾਹਰ ਜਾਵੇ ਤਾਂ ਕੋਈ ਗੱਲ ਨਹੀਂ। ਜੇ ਇਹ ਰਾਹ ਤੁਸੀਂ ਚੁਣਨਾ, ਜਿਹੜਾ ਚੁਣਨਾ ਹੈ ਤੁਸੀਂ ਚੁਣ ਲਿਓ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਮੈਂ ਇਸ ਮਸਲੇ ਤੇ ਸਾਰੀ ਗੱਲ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ। ਹੁਣ ਆਉਣ ਵਾਲੇ 2-3 ਦਿਨ ਬਾਅਦ ਜਿਹੜੀ ਅਗਲੀ ਵਿਚਾਰ ਹੈ ਗੁਰਬਾਣੀ ਪ੍ਰਸਾਰ ਨੂੰ ਲੈ ਕੇ, ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਜ਼ਰੂਰ ਬੇਨਤੀ ਜਿਹੜੀ ਆ ਸਾਂਝੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।